ਨਾਨਕ ਦੇ ਕਰ ਹੱਥ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ। ਸਾ ਬਿਦ ਤੁਮ ਹਰ ਜਾਣੋ ਆਪੇ। हम रुलते फिरते कोई बात ना पूछता। गुर सतगुर संग कीरे हम थापे। धन धन गुरु नानक जन केरा। जित मिलिया चुके सब सोग संतापे। धन धन गुरु नानक जन केरा। जित मिलिया चुके सब सोग संतापे। हम अवगुण भरे एक गुण नाही। अमृत छाड़ बिख बिख खाही। माया मोह परम पै पूले। सुतदारा स्यों प्रीत लगाई। इक उत्तम पंथ सुनियो गुर संगत। तह मिलंत जम त्रास मिटाई। इक अरदास पाठ कीरत की। गुरु रामदास राखो सरनाई। इक अरदास पाठ कीरत की। गुरु रामदास राखो सरनाई। कवन वडाई कै सकूं बेअंत गुणीता। कर किरपा मोहि नाम देहो। नानक दरस रीता। कर किरपा मोहि नाम देहो। नानक दरस रीता। जुग जुग अटल सतगुरु गुरगद्दी ते सुभाईमान दसां पातशाहियां दी जोत। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ ਜੁੜ ਬੈਠੀ ਸਨਮਾਨ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ। ਸਤਿਗੁਰੂ ਜੀ ਦੀਆਂ ਬੇਅੰਤ ਰਹਿਮਤਾਂ ਔਰ ਬਖਸ਼ਿਸ਼ਾਂ ਹੋਈਆਂ ਹਨ। ਰੋਜ਼ਾਨਾ ਦੀ ਤਰ੍ਹਾਂ ਗੁਰੂ ਕੇ ਪਾਵਨ ਪਵਿੱਤਰ ਦਰਬਾਰ ਵਿਖੇ ਸਤਸੰਗਤ ਰੂਪ 'ਚ ਜੁੜ ਮਿਲ ਬੈਠੇ ਹਾਂ। ਗੁਰੂ ਸਾਹਿਬ ਨੇ ਰਹਿਮਤ ਕੀਤੀ, ਕਿਰਪਾ ਕੀਤੀ, ਬਖਸ਼ਿਸ਼ ਕੀਤੀ ਹੈ। ਸਾਨੂੰ ਆਪਣੀ ਪਾਵਨ ਔਰ ਸੁਭਾਗੀ ਗੋਦ ਦੀ ਦਾਤ ਬਖਸ਼ੀ ਔਰ ਗੁਰੂ ਦਰਬਾਰ ਦਾ ਆਨੰਦ ਮਾਣਦੇ ਹੋਏ ਰੋਜ਼ਾਨਾ ਦੀ ਤਰ੍ਹਾਂ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਪਿਆਰ ਔਰ ਸਤਿਕਾਰ ਸਹਿਤ ਸ਼ਬਦ ਕੀਰਤਨ ਦਾ ਆਨੰਦ ਆਪ ਜੀ ਨੇ ਮਾਣਿਆ ਹੈ। ਗੁਰੂ ਕੇ ਪਾਵਨ ਦਰਬਾਰ ਵਿਖੇ ਜਿੱਥੇ ਆਪਾਂ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਨ ਦੇ ਲਈ ਪਹੁੰਚਦੇ ਹਾਂ, ਉੱਥੇ ਗੁਰਦੁਆਰਾ ਹੋਏ ਸੋਝੀ ਪਾਏ ਸੀ।
ਗੁਰੂ ਕੇ ਦਰ ਤੋਂ ਅਸੀਂ ਜੀਵਨ ਦੀ ਸਮਝ ਹਾਸਲ ਕਰਨ ਦੇ ਲਈ ਆਉਂਦੇ ਹਾਂ। ਵੈਸੇ ਤੇ ਗੁਰੂ ਕੇ ਦਰਸ਼ਨ ਦੀ ਵੀ ਜਿੱਥੇ ਗੱਲ ਕੀਤੀ ਗਈ ਹੈ, ਵਡਿਆਈ ਦਰਸ਼ਨਾਂ ਦੀ ਬਹੁਤ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਉਹ ਵੇਲਾ ਧੰਨ ਹੈ ਜਦੋਂ ਆਪਾਂ ਗੁਰੂ ਦੇ ਦਰਸ਼ਨ ਕਰਦੇ ਹਾਂ। ਪਰ ਦਰਸ਼ਨ ਕਿਹੜੇ ਦਰਸ਼ਨ ਹਨ, ਉਹਦੇ ਬਾਰੇ ਵੀ ਗੁਰਮਤਿ ਨੇ ਬਹੁਤ ਬਰੀਕੀਆਂ ਸਾਨੂੰ ਸਮਝਾਈਆਂ ਨੇ। ਇੱਕ ਤੇ ਹੈ ਆਪਾਂ ਆਉਂਦੇ ਹਾਂ ਸਤਿਗੁਰੂ ਪ੍ਰਕਾਸ਼ਮਾਨ ਸੋਹਣਾ ਰੁਮਾਲਾ ਸਾਹਿਬ ਉੱਪਰ ਹੈ, ਇਸ ਰੂਪ ਦੇ ਵਿੱਚ ਆਪਾਂ ਦਰਸ਼ਨ ਦੀਦਾਰ ਕਰਦੇ ਹਾਂ, ਸਿਰ ਝੁਕਾਉਂਦੇ ਹਾਂ। ਇੱਕ ਹੈ ਜਿਹੜੇ ਆਪਾਂ ਅਰਦਾਸ 'ਚ ਵੀ ਬਚਨ ਪੜ੍ਹਦੇ ਹਾਂ, ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ। ਬੋਲੋ ਜੀ ਵਾਹਿਗੁਰੂ। ਪਾਠ ਦੀਦਾਰ, ਗੁਰੂ ਕੇ ਬਚਨਾਂ ਦੇ ਦਰਸ਼ਨ ਕਰਨੇ। ਹੁਣ ਇੱਦਾਂ ਆਪਾਂ ਆਏ, ਮੱਥਾ ਟੇਕਿਆ, ਚਲੇ ਗਏ, ਗੁਰੂ ਦੀ ਬਾਣੀ ਗੁਰੂ ਦੇ ਸ਼ਬਦ ਦੇ ਦਰਸ਼ਨ ਨਹੀਂ ਹੋਏ। ਹੁਣ ਉਹ ਗੁਰੂ ਦੀ ਬਾਣੀ ਜਾਂ ਪਾਠ ਦੀਦਾਰ ਕਦੋਂ ਹੁੰਦੇ ਨੇ? ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਬਾਣੀ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਗੁਰੂ ਦੀ ਵਿਚਾਰ ਸੁਣਦੇ ਹਾਂ। ਸਤਿਗੁਰੂ ਤੇ ਇੱਥੋਂ ਤੱਕ ਕਹਿ ਦਿੰਦੇ ਹਨ ਕਿ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੈ ਵਿਚਾਰ। ਕੇਵਲ ਬਾਹਰ ਦੇ ਦਰਸ਼ਨਾਂ ਦੇ ਨਾਲ ਹੀ ਗੱਲ ਪੂਰੀ ਨਹੀਂ ਹੁੰਦੀ। ਅੱਗੇ ਗੁਰੂ ਦੇ ਬਚਨਾਂ ਤੱਕ, ਗੁਰੂ ਦੇ ਸ਼ਬਦ ਤੱਕ ਪਹੁੰਚਣਾ ਹੈ, ਸ਼ਬਦ ਨੂੰ ਵਿਚਾਰਨਾ ਤੇ ਕਮਾਉਣਾ ਹੈ, ਗੱਲ ਤਾਂ ਸਿਰੇ ਲੱਗਦੀ ਹੈ। ਸੋ ਸਤਿਗੁਰੂ ਮਿਹਰ ਕਰਨ। ਉਹਨਾਂ ਤੋਂ ਅਸੀਂ ਉੱਤਮ ਹਾਂ ਜਿਹੜੇ ਇੱਥੋਂ ਤੱਕ ਵੀ ਨਹੀਂ ਹਨ। ਗੁਰੂ ਕੀ ਗੋਦ 'ਚ ਤੇ ਜੁੜੇ ਹਾਂ, ਤੇ ਅਗਲੀ ਰਹਿਮਤ ਕਿਰਪਾ ਸਤਿਗੁਰੂ ਆਪ ਵਰਤਾਉਣ। ਜੇ ਇੱਥੋਂ ਤੱਕ ਲਿਆਂਦਾ ਹੈ ਆਪਣੀ ਬਾਣੀ ਦੀ, ਸ਼ਬਦ ਦੀ, ਗਿਆਨ ਦੀ, ਗੁਰਮਤਿ ਦੀ ਸਮਝ ਸਤਿਗੁਰੂ ਸਾਨੂੰ ਬਖਸ਼ਣ, ਤੇ ਜਿਹੜੇ ਮਾਰਗ 'ਤੇ ਗੁਰੂ ਤੋਰਨਾ ਚਾਹੁੰਦੇ ਹਨ ਉਸ ਮਾਰਗ 'ਤੇ ਆਪਾਂ ਤੁਰ ਸਕੀਏ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਨਿਤਾ ਪ੍ਰਤੀ ਆਪਾਂ ਵਿਚਾਰ ਦੀ ਸਾਂਝ ਪਾਉਂਦੇ ਹਾਂ। ਸੋ ਵਿਚਾਰ ਦੀ ਲੜੀ ਆਰੰਭ ਕਰੀਏ। ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ, ਕੋਈ ਰਸਨਾ ਵਾਂਝੀ ਨਾ ਰਵੇ, ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਚਮ ਪਾਤਸ਼ਾਹ ਨਿਮਰਤਾ ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਅੰਮ੍ਰਿਤਮਈ ਰਸਨਾ ਤੋਂ ਉਚਾਰਨ। ਅੰਮ੍ਰਿਤਮਈ ਸਲੋਕ ਜਿਨ੍ਹਾਂ ਦਾ ਸਰਲੇਖ ਹੈ ਸਲੋਕ ਸਹਿਸਕ੍ਰਿਤੀ, ਮਹਿਲਾ ਪੰਜਵਾਂ। ਮਹਿਲਾ ਪੰਜਵਾਂ ਜਾਂ ਮਹੱਲਾ ਪੰਜਵਾਂ ਦਾ ਭਾਵ ਹੈ ਪੰਜਵੇਂ ਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਉਚਾਰਨ ਕੀਤੇ ਹੋਏ ਸਲੋਕ। ਔਰ 60 ਸਲੋਕਾਂ ਤੱਕ ਦੀ ਵਿਚਾਰ ਆਪ ਜੀ ਨੇ ਪਿਛਲੇ ਦਿਨਾਂ 'ਚ ਸ਼ਰਵਣ ਕੀਤੀ ਆ। ਲਗਭਗ 22-23 ਦਿਨ ਸਾਨੂੰ ਹੋ ਚੁੱਕੇ ਹਨ। ਇਹ ਬਾਣੀ ਦੀ ਵਿਚਾਰ ਦੀ ਲੜੀ ਆਰੰਭ ਕੀਤੀ ਹੈ। 60 ਸਲੋਕਾਂ ਤੱਕ ਦੀ ਵਿਚਾਰ ਆਪ ਜੀ ਨੇ ਸ਼ਰਵਣ ਕੀਤੀ ਹੈ। ਇਸ ਤੋਂ ਅਗਲੇਰੇ ਬਚਨਾਂ ਦੀ ਵਿਚਾਰ ਦੀ ਸਾਂਝ ਅੱਜ ਆਪਾਂ ਪਾਉਣੀ ਹੈ। ਕੱਲ੍ਹ ਜਿੱਥੋਂ ਆਪਾਂ ਵਿਚਾਰ ਨੂੰ ਸੰਕੋਚਿਆ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 60 ਨੰਬਰ ਸਲੋਕ 'ਚ ਸਮਝਾਇਆ ਕਿ ਬਹੁਤ ਲੋਕ ਐਸੇ ਹੁੰਦੇ ਹਨ ਜਿਹੜੇ ਵੇਖਣ ਨੂੰ ਵੀ ਬੜੇ ਸੋਹਣੇ ਲੱਗਦੇ ਨੇ, ਜਿਨ੍ਹਾਂ ਦਾ ਬਾਹਰੋਂ ਬੋਲ ਚਾਲ ਦਾ ਜਿਹੜਾ ਰਵੱਈਆ ਹੈ ਉਹ ਵੀ ਬੜਾ ਸੋਹਣਾ ਹੁੰਦਾ ਹੈ, ਔਰ ਨਿਭਦੇ ਵੀ ਹਨ। ਹੱਥ ਵੀ ਬੜੇ ਜੋੜਦੇ ਨੇ, ਸਲਾਮਾਂ ਵੀ ਬੜੀਆਂ ਕਰਦੇ ਨੇ, ਪਰ ਅੰਦਰ ਵੈਰ ਬਿਰਤੀ ਹੈ, ਅੰਦਰ ਕਪਟ ਬਿਰਤੀ ਹੈ। ਬਾਹਰੋਂ ਚਿੱਟੇ ਅੰਦਰੋਂ ਕਾਲੇ, ਬਾਹਰੋਂ ਮਿੱਠੇ ਅੰਦਰੋਂ ਕੌੜੇ, ਬਾਹਰ ਅੰਮ੍ਰਿਤ ਅੰਦਰ ਜ਼ਹਿਰ। ਤੇ ਮਹਾਰਾਜ ਕਹਿੰਦੇ ਉਹਨਾਂ ਦਾ ਜਿਹੜਾ ਨਿਵਣਾ ਝੁਕਣਾ ਹੈ ਉਹ ਵੀ ਝੂਠਾ ਹੈ। ਉਹਨਾਂ ਦੇ ਮਿੱਠਿਆਂ ਬੋਲਾਂ ਦੇ ਵਿੱਚ ਵੀ ਜ਼ਹਿਰ ਭਰਿਆ ਹੋਇਆ ਹੈ। ਤੇ ਜਿਹੜੇ ਰੱਬੀ ਪਿਆਰੇ ਨੇ, ਗੁਰਮੁਖ ਨੇ,
ਜਾਂ ਸਿਆਣੇ ਸੂਝਵਾਨ ਹਨ। ਇੱਕ ਤੇ ਪਹਿਲੇ ਨੰਬਰ ਤੇ ਉਹ ਆਪਣੇ ਜੀਵਨ ਨੂੰ ਸਵਾਰਦੇ ਨੇ। ਇੱਦਾਂ ਦਾ ਦੋ ਪੱਖੀ ਜੀਵਨ ਉਹ ਨਹੀਂ ਬਣਾ ਕੇ ਵਿਚਰਦੇ ਕਿ ਬਾਹਰੋਂ ਕੁਝ ਹੋਰ ਸੰਸਾਰ ਨੂੰ ਦਿਸੀਏ, ਅੰਦਰੋਂ ਕੁਝ ਹੋਰ ਹੋਈਏ। ਤੇ ਦੂਜੇ ਨੰਬਰ ਤੇ ਉਹ ਇੱਦਾਂ ਦੇ ਜਿਹੜੇ ਅੰਦਰੋਂ ਤੇ ਬਾਹਰੋਂ ਵੱਖਰੇ ਵੱਖਰੇ ਨੇ, ਉਹਨਾਂ ਤੋਂ ਸੁਚੇਤ ਤੇ ਸਾਵਧਾਨ ਵੀ ਰਹਿੰਦੇ ਹਨ। ਭਾਵ ਇੱਦਾਂ ਦੇ ਠੱਗ ਬਿਰਤੀ ਵਾਲੇ ਆਮ ਲੋਕਾਂ ਨੂੰ ਤਾਂ ਠੀਕ ਹੈ ਠੱਗ ਲੈਂਦੇ ਹਨ, ਪਰ ਰੱਬੀ ਪਿਆਰਿਆਂ ਨੂੰ ਠੱਗ ਨਹੀਂ ਪਾਉਂਦੇ ਹਨ, ਕਿਉਂਕਿ ਉਹ ਸੂਝ ਬੂਝਤਾ ਸਿਆਣਪ ਤੇ ਪਰਮੇਸ਼ਰ ਦੀ ਟੇਕ ਲੈ ਕੇ ਓਟ ਲੈ ਕੇ ਜਿਉਂਦੇ ਹਨ। ਅੱਗੇ ਹੁਣ ਅੱਜ ਦੇ ਪਾਵਨ ਸ਼ਲੋਕ 61 ਨੰਬਰ ਸ਼ਲੋਕ ਅੰਦਰ ਜੀਵਨ ਤੇ ਜੀਵਨ ਮਨੋਰਥ ਦੀ ਗੱਲ ਸਤਿਗੁਰੂ ਨੇ ਕੀਤੀ ਹੈ। ਤੇ ਜਿਵੇਂ ਸਾਡਾ ਜੀਵਨ ਲਗਾਤਾਰ ਸਵਾਸ ਘਟਦੇ ਨੇ, ਕਾਇਆ ਕਮਜ਼ੋਰ ਹੁੰਦੀ ਹੈ, ਤੇ ਸਾਡਾ ਜੀਵਨ ਦਾ ਜਿਹੜਾ ਸਫ਼ਰ ਹੈ ਅਸਲ ਦੇ ਵਿੱਚ ਮੌਤ ਵਾਲੇ ਪਾਸੇ ਨੂੰ ਚੱਲ ਰਿਹਾ ਸਫ਼ਰ ਹੈ। ਸਰੀਰ ਦੀ ਮੰਜ਼ਿਲ ਕੀ ਹੈ? ਮੌਤ। ਇਹ ਜੀਵਨ ਦੇ ਸਫ਼ਰ ਦੀ ਮੰਜ਼ਿਲ ਕੀ ਹੈ? ਮੌਤ। ਉੱਥੇ ਜਾ ਕੇ ਜੀਵਨ ਦਾ ਸਫ਼ਰ ਥੰਮਿਆ ਜਾਣਾ, ਖਤਮ ਹੋਣਾ ਹੈ। ਕੋਈ ਕਿਸੇ ਉਮਰ 'ਚ ਉਸ ਮੰਜ਼ਿਲ 'ਤੇ ਪਹੁੰਚ ਜਾਂਦਾ, ਕੋਈ ਕਿਸੇ ਉਮਰ 'ਚ ਉਸ ਮੰਜ਼ਿਲ 'ਤੇ ਪਹੁੰਚ ਜਾਂਦਾ ਹੈ। ਸਤਿਗੁਰੂ ਫਰਮਾਨ ਕਰਦੇ, ਕਹਿੰਦੇ ਅਚੇਤ ਮੂੜਾ ਨਾ ਜਣੰਤ ਘਟੰਤ ਸਾਸਾ ਨਿਤ ਪ੍ਰਤੇ। ਬਹੁਤ ਥਾਵਾਂ 'ਤੇ ਗੁਰਬਾਣੀ 'ਚ ਕੱਲਾ ਅੱਖਰ ਲਿਖਿਆ, ਉਹਦੇ ਨਾਲ ਮਾਤਰਾ ਕੋਈ ਨਹੀਂ। ਖਾਸ ਤੌਰ 'ਤੇ ਨੰਨਾ ਅੱਖਰ ਬੜੀ ਵਾਰ ਆਉਂਦਾ ਹੈ, ਤੇ ਜਿੱਥੇ ਵੀ ਇਹ ਇਕੱਲਾ ਅੱਖਰ ਆਉਂਦਾ ਹੈ ਇਹਦਾ ਲਗਭਗ ਉਚਾਰਨ ਇਹਦੇ ਨਾਲ ਕੰਨਾਂ ਲਗਾ ਕੇ ਕੀਤਾ ਜਾਂਦਾ ਹੈ। ਅਚੇਤ ਮੂੜਾ ਨਾ ਜਾਣੰਤ। ਮਹਾਰਾਜ ਕਹਿੰਦੇ ਅਚੇਤ, ਅਚੇਤ ਦਾ ਭਾਵ ਹੈ ਅਗਿਆਨੀ, ਜਿਹਨੂੰ ਚਿੱਤ ਚੇਤਾ ਕੋਈ ਨਹੀਂ ਹੈ, ਸੁੱਤਾ ਹੋਇਆ ਗਾਫਲ ਮਨੁੱਖ। ਨਾ ਜਾਣੰਤ, ਨਹੀਂ ਜਾਣ ਪਾਉਂਦਾ ਹੈ ਇਸ ਗੱਲ ਨੂੰ। ਕਿਹੜੀ ਗੱਲ ਨੂੰ? ਘਟੰਤ ਸਾਸਾ ਨਿਤ ਪ੍ਰਤੇ, ਕਿ ਇਹ ਜਿਹੜੇ ਸਵਾਸ ਹਨ ਨਿਤਾ ਪ੍ਰਤੀ ਘਟ ਰਹੇ ਹਨ, ਜੀਵਨ ਦਾ ਸਮਾਂ ਘਟ ਰਿਹਾ ਹੈ। ਆਪਾਂ ਨਹੀਂ, ਕਬੀਰ ਸਾਹਿਬ ਨੇ ਜਿਵੇਂ ਬੜੀ ਪਿਆਰੀ ਗੱਲ ਸਾਨੂੰ ਸਮਝਾਈ ਕਿ ਜਨਨੀ ਜਾਨਤ ਸੁਤ ਬੜਾ ਹੋਤ ਹੈ। ਅਸੀਂ ਵੀ ਸਮਝਦੇ ਹਾਂ ਆਪਾਂ ਵੱਡੇ ਹੋ ਰਹੇ ਹਾਂ। ਲੋਕ ਜਨਮ ਦਿਨ ਮਨਾਉਂਦੇ ਨੇ, ਕਈ ਤਰ੍ਹਾਂ ਦੇ ਨਾਲ ਇੰਜੋਏ ਕੀਤਾ ਜਾਂਦਾ ਹੈ ਇਸ ਭਰਮ ਦੇ ਨਾਲ ਕਿ ਅਸੀਂ ਵੱਡੇ ਹੋ ਰਹੇ ਹਾਂ। ਅਸਲ ਦੇ ਵਿੱਚ ਵੱਡਾ ਇੱਥੇ ਕੋਈ ਨਹੀਂ ਹੋ ਰਿਹਾ ਹੈ। ਸੂਰਜ ਚੜ੍ਹਾ ਵਿਜੋਗ ਸਭ ਸੈ ਘਟੈ ਆਰਜਾ। ਕੇਵਲ ਮਨੁੱਖ ਦੀ ਗੱਲ ਨਹੀਂ ਹੈ, ਕੁਦਰਤ ਦੀ ਹਰ ਚੀਜ਼ ਦਿਨੋਂ ਦਿਨ ਸਿੱਝਦੀ ਪਈ ਹੈ, ਘਟਦੀ ਪਈ ਹੈ। ਮਹਾਰਾਜ ਕਹਿੰਦੇ ਸੂਰਜ ਚੜ੍ਹੈ ਵਿਜੋਗ ਸਭ ਸੈ ਘਟੈ ਆਰਜਾ। ਸੂਰਜ ਦੇ ਚੜ੍ਹਨ ਤੇ ਸੂਰਜ ਦੇ ਅਸਤ ਹੋਣ ਦੇ ਨਾਲ ਸਭ ਦੀ ਉਮਰ, ਸਵਾਸ, ਸਮਾਂ ਲਗਾਤਾਰ ਘਟ ਰਿਹਾ। ਕੋਈ ਸਮਝ ਜਾਂਦਾ ਹੈ, ਕੋਈ ਨਹੀਂ ਸਮਝਦਾ ਹੈ। ਜਿਵੇਂ ਗੁਰੂ ਕਹਿੰਦੇ ਬਹਿਤੀ ਜਾਤ ਕਦੇ ਦ੍ਰਿਸ਼ ਨਾ ਧਾਰਤ। ਤੇਰੀ ਉਮਰ ਰੂਪੀ ਨਦੀ ਤੇ ਲਗਾਤਾਰ ਵਹਿੰਦੀ ਜਾ ਰਹੀ ਹੈ, ਵਹਿੰਦੀ ਜਾ ਰਹੀ ਹੈ, ਪਰ ਬੰਦਾ ਉਧਰ ਧਿਆਨ ਨਹੀਂ ਦਿੰਦਾ ਹੈ। ਮਿੱਥਿਆ ਮੋਹ ਬੰਧੈ ਨਿਤ ਪਾਰਚ। ਝੂਠੇ ਨਾਸ਼ਵਾਨ ਪਦਾਰਥਾਂ ਦੀਆਂ ਆਪਾਂ ਪੰਡਾਂ ਬੰਨਣ 'ਤੇ ਲੱਗੇ ਰਹਿੰਦੇ, ਧੰਦਿਆਂ 'ਚ ਲੱਗੇ ਰਹਿੰਦੇ ਹਾਂ। ਉਧਰ ਨਹੀਂ ਸੋਚਦੇ ਹਾਂ ਕਿ ਅਸਲੀ ਧਨ ਤੇ ਆਪਾਂ ਗਵਾਈ ਜਾ ਰਹੇ ਹਾਂ, ਇਹ ਕੱਚੇ ਧਨ ਨੂੰ ਵਿਹਾਜਣ ਵਾਲੇ ਪਾਸੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਬਾਣੀ 'ਚ ਬਹੁਤ ਥਾਵਾਂ 'ਤੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਖਾਸ ਤੌਰ 'ਤੇ ਜਿਹੜੀ ਬਾਣੀ ਹੈ, ਉਹ ਸਤਿਗੁਰੂ ਨੇ ਸਾਡੇ ਜੀਵਨ ਦੀਆਂ ਜਿਹੜੀਆਂ ਇੱਦਾਂ ਦੀਆਂ ਅਟੱਲ ਸੱਚਾਈਆਂ ਨੇ ਉਹਨਾਂ ਤੋਂ ਬੜੀ ਵਾਰ ਸਾਨੂੰ ਜਾਣੂ ਕਰਵਾਇਆ ਹੈ। ਮਹਾਰਾਜ ਕਹਿੰਦੇ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ। ਚੇਤਨਾ ਦਾ ਭਾਵ ਚੇਤਨਤਾ, ਜਾਗਰਤੀ, ਸਮਝ, ਅਕਲ ਹੈ। ਜੇ ਤੇਰੇ ਅੰਦਰ ਕੋਈ ਜਾਗਰਤੀ ਹੈ, ਕੋਈ ਸਮਝ ਹੈ, ਕੋਈ ਸੁਚੇਤਤਾ ਹੈ, ਤੇ ਫਿਰ ਰੱਬ ਨੂੰ ਚੇਤੇ ਕਰ ਲੈ। ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ। ਛਿਨ ਛਿਨ ਔਦ ਬਿਹਾਤ ਹੈ ਫੂਟੇ ਘਟ ਜਿਉ ਪਾਣੀ। ਕਹਿੰਦੇ ਲਗਾਤਾਰ ਇੱਕ ਇੱਕ ਕਰਕੇ ਤੇਰੇ ਸਵਾਸ ਘਟ ਰਹੇ ਨੇ, ਜਿਵੇਂ ਘੜਾ ਤਿੜਕਿਆ ਹੋਵੇ, ਬੂੰਦ ਬੂੰਦ ਕਰਕੇ ਪਾਣੀ ਘਟਦਾ ਜਾਂਦਾ। ਇੱਦਾਂ ਹੀ ਸਮਝ ਤੇਰਾ ਵੀ ਸਵਾਸਾਂ ਰੂਪੀ ਪਾਣੀ ਘਟਦਾ ਜਾ ਰਿਹਾ, ਘਟਦਾ ਜਾ ਰਿਹਾ। ਬੰਦਾ ਨਹੀਂ ਸਮਝ ਪਾਉਂਦਾ
ਤੇ ਕਬੀਰ ਸਾਹਿਬ ਕਹਿੰਦੇ ਸਮਝਦਾ ਕਿੱਦਣ ਹੈ, ਕਹੋ ਕਬੀਰ ਤਬ ਹੀ ਨਰ ਜਾਗੈ ਜਮ ਕਾ ਡੰਡ ਮੁੰਡ ਮੈਂ ਲਾਗੈ। ਸਮਝ ਉਦਣ ਪੈਂਦੀ ਹੈ ਜਿੱਦਣ ਪੱਲੇ ਕੁਝ ਨਹੀਂ ਰਹਿ ਜਾਂਦਾ ਹੈ, ਨਹੀਂ ਤੇ ਆਪਾਂ ਕੱਲ ਕੱਲ ਕਰਦਿਆਂ ਲੋਕ ਸਮਾਂ ਲੰਘਾ ਦਿੰਦੇ ਹਨ। ਬਚਪਨ ਲੰਘ ਗਿਆ, ਜਵਾਨੀ ਲੰਘ ਗਈ, ਬੁਢਾਪਾ ਵੀ ਲੰਘ ਜਾਂਦਾ ਹੈ। ਸਿਰ ਕੰਪਿਓ ਪੱਗ ਡਗਮਗੇ, ਨੈਣ ਜੋਤ ਤੇ ਹੀਨ, ਕਹੋ ਨਾਨਕ ਇਹ ਬਿਦ ਭਈ ਤਉ ਨ ਹਰ ਰਸ ਲੀਨ। ਕਹਿੰਦੇ ਕਿਸੇ ਨੇ ਭਗਵਾਨ ਦੀ ਕੀਤੀ ਭਗਤੀ ਤੇ ਭਗਤੀ ਤੋਂ ਭਗਵਾਨ ਪ੍ਰਸੰਨ ਹੋ ਗਿਆ। ਕਿਆ ਮੰਗ, ਕੀ ਚਾਹੀਦਾ ਹੈ? ਕਹਿਣ ਲੱਗਾ ਜੀ ਮੈਂ ਮਰਨਾ ਨਹੀਂ ਚਾਹੁੰਦਾ। ਤੁਸੀਂ ਇੱਦਾਂ ਦੀ ਕੋਈ ਕਲਾ ਵਰਤਾਵੋ ਕਿ ਮੌਤ ਨਾ ਆਵੇ। ਤੇ ਭਗਵਾਨ ਕਹਿਣ ਲੱਗੇ ਮਰਨਾ ਤੇ ਸਭ ਨੂੰ ਪੈਣਾ, ਇਹ ਤੇ ਕੁਦਰਤ ਦਾ ਨਿਯਮ, ਕੁਦਰਤ ਦਾ ਵਿਧਾਨ ਹੈ, ਮਰਨਾ ਪੈਣਾ ਹੈ। ਔਰ ਬੜਿਆਂ ਨੇ ਵੈਸੇ ਵੀ ਆਪਾਂ ਹਰਨਾਕਸ਼ ਬਾਰੇ ਵੀ ਪੜ੍ਹਦੇ ਹਾਂ ਕਿ ਉਹ ਵੀ ਕਹਿਣ ਲੱਗਾ ਕਿ ਬਸ ਮੈਨੂੰ ਮੌਤ ਨਾ ਆਵੇ, ਨਾ ਮੈਂ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਬੰਦਾ ਮਾਰੇ, ਨਾ ਜਾਨਵਰ ਮਾਰੇ। ਇੱਦਾਂ ਦੇ ਕਈ ਤਰ੍ਹਾਂ ਦੀਆਂ ਉਹਨਾਂ ਦੀਆਂ ਕਹਾਣੀਆਂ ਹਨ, ਪਰ ਉਹਨੂੰ ਵੀ ਜਾਣਾ ਪਿਆ। ਰਾਵਣ ਕਹਿੰਦੇ ਕਾਲ ਪਾਵੇ ਦੇ ਨਾਲ ਬੰਨਿਆ ਸੀ, ਮੌਤ ਸਮੇਂ ਨੂੰ ਉਹਨੇ ਕਾਬੂ ਕੀਤਾ ਹੋਇਆ ਸੀ, ਪਰ ਗੁਰੂ ਕਹਿੰਦੇ ਹੋਇਆ ਕਿ ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਵਾਹ। ਬੜੀ ਤਗੜੀ ਸਲਤਨਤ ਦਾ ਮਾਲਕ ਸੀ ਰਾਵਣ, 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਘਰ ਦੀਆ ਨਾ ਬਾਤੀ। ਮਹਾਰਾਜ ਕਹਿੰਦੇ ਕੀ ਹੈ, ਹੁਣ ਕੁਝ ਵੀ ਉਹਦਾ ਨਹੀਂ ਹੈ। ਸੋ ਜਾਣਾ ਸਭ ਨੂੰ ਪੈਂਦਾ। ਬੰਦਾ ਸੋਚਦਾ ਹੈ ਨਾ ਮਰਾਂ, ਇਹਦੇ ਲਈ ਬਹੁਤ ਤਰ੍ਹਾਂ ਦੇ ਯਤਨ ਵੀ ਕਰਦਾ ਹੈ। ਹੁਣ ਉਹ ਕਹਿਣ ਲੱਗਾ ਜੀ ਭਗਵਾਨ ਜੀ ਮੈਂ ਮਰਨਾ ਨਹੀਂ ਚਾਹੁੰਦਾ ਹਾਂ, ਕੋਈ ਇੱਦਾਂ ਦੀ ਕਲਾ ਵਰਤਾਵੋ ਕਿ ਮੌਤ ਨਾ ਆਵੇ। ਅੱਗੋਂ ਭਗਵਾਨ ਕਹਿਣ ਲੱਗੇ ਕਿ ਮਰਨਾ ਤੇ ਪੈਣਾ ਹੀ ਹੈ, ਇਹਦੇ ਤੋਂ ਬਿਨਾਂ ਖਲਾਸੀ ਨੇ। ਫਿਰ ਕਹਿਣ ਲੱਗਾ ਜੀ ਇੱਦਾਂ ਕਰੋ, ਜਦੋਂ ਮੇਰੀ ਮੌਤ ਆਉਣ ਵਾਲੀ ਹੋਵੇ ਤੇ ਮੈਨੂੰ ਪਹਿਲਾਂ ਦੱਸ ਦੇਣਾ ਕਿ ਹੁਣ ਮੇਰੀ ਮੌਤ ਆਉਣ ਵਾਲੀ ਹੈ, ਮੈਂ ਘੱਟ ਤੋਂ ਘੱਟ ਸੰਭਲ ਜਾਵਾਂ, ਮੈਂ ਸੰਭਲ ਜਾਵਾਂ। ਕਹਿਣ ਲੱਗੇ ਠੀਕ ਹੈ, ਮੌਤ ਤੋਂ ਪਹਿਲਾਂ ਕੁਝ ਐਸੀਆਂ ਘਟਨਾਵਾਂ ਵਰਤਣਗੀਆਂ ਤੂੰ ਸਮਝ ਲਵੀਂ ਜਿਹਦੇ ਤੋਂ ਇਹ ਸਪਸ਼ਟ ਹੋਵੇਗਾ ਕਿ ਤੇਰੀ ਮੌਤ ਆਉਣ ਵਾਲੀ ਹੈ। ਕਹਿਣ ਲੱਗਾ ਜੀ ਠੀਕ ਹੈ। ਸਮਾਂ ਲੰਘਦਾ ਗਿਆ, ਲੰਘਦਾ ਗਿਆ, ਉਹ ਬਜ਼ੁਰਗ ਹੋ ਗਿਆ ਤੇ ਉਹ ਦਿਨ ਆਣ ਬਣਿਆ ਜਿੱਦਣ ਉਹਨੇ ਸੰਸਾਰ ਤੋਂ ਜਾਣਾ ਸੀ, ਜੰਮ ਲੈਣ ਦੇ ਲਈ ਪਹੁੰਚ ਗਏ। ਕਹਿਣ ਲੱਗਾ ਇਹ ਤੇ ਮੇਰੇ ਨਾਲ ਧੋਖਾ ਹੋਇਆ, ਮੇਰੇ ਨਾਲ ਤੇ ਭਗਵਾਨ ਦਾ ਵਾਅਦਾ ਸੀ ਕਿ ਮਰਨ ਤੋਂ ਪਹਿਲਾਂ ਮੈਨੂੰ ਦੱਸਿਆ ਜਾਵੇਗਾ ਕਿ ਮੇਰੀ ਮੌਤ ਆਉਣ ਵਾਲੀ, ਮੈਨੂੰ ਤੇ ਦੱਸਿਆ ਹੀ ਕਿਸੇ ਨੇ ਨਹੀਂ ਹੈ, ਮੇਰੇ ਨਾਲ ਤੇ ਇੱਦਾਂ ਦਾ ਵਾਪਰਿਆ ਹੀ ਕੁਝ ਨਹੀਂ, ਮੈਨੂੰ ਪਤਾ ਲੱਗ ਸਕੇ ਮੇਰੀ ਮੌਤ ਆਉਣ ਵਾਲੀ ਹੈ। ਤੇ ਅੱਗੋਂ ਭਗਵਾਨ ਕਹਿਣ ਲੱਗੇ ਵਰਤਿਆ ਤੇ ਹੈ ਪਰ ਤੂੰ ਸਮਝਿਆ ਨਹੀਂ, ਤੇਰੀਆਂ ਅੱਖਾਂ ਦੀ ਜੋਤ ਘਟੀ, ਇਹ ਨਿਸ਼ਾਨੀ ਸੀ ਇੱਕ ਕਿ ਤੇਰਾ ਉਹ ਸਮਾਂ ਆਉਣ ਵਾਲਾ ਹੈ ਜਿੱਦਣ ਅੱਖਾਂ ਬਿਲਕੁਲ ਹੀ ਖਤਮ ਹੋ ਜਾਣਗੀਆਂ। ਤੇਰੇ ਸਰੀਰ ਦਾ ਤਾਣ ਘਟਿਆ, ਤੇਰੀਆਂ ਲੱਤਾਂ 'ਚ ਚੱਲਣ ਦੀ ਤਾਕਤ ਘਟੀ, ਤੇਰੇ ਕੰਨਾਂ 'ਚ ਸੁਣਨ ਦੀ ਤਾਕਤ ਘਟੀ, ਪਰ ਤੂੰ ਨਹੀਂ ਸਮਝਦਾ ਰਿਹਾ ਤੇ ਅੱਜ ਉਹ ਸਮਾਂ ਆਣ ਬਣਿਆ। ਔਰ ਕੇਵਲ ਉਹਦੇ ਨਾਲ ਨਹੀਂ, ਸਾਡੇ ਸਾਰਿਆਂ ਦੇ ਨਾਲ ਇੱਦਾਂ ਬਣਦਾ ਹੈ, ਬੰਦਾ ਫਿਰ ਵੀ ਨਹੀਂ ਸਮਝਦਾ। ਹਜੂਰ ਕਹਿੰਦੇ ਨੈਨੋ ਨੀਰ ਬਹਿ ਤਨ ਕੀਨਾ ਭਏ, ਕੇਸ ਦੁੱਧਵਾਨੀ ਰੂਦਾ ਕੰਠ, ਸ਼ਬਦ ਨਹੀਂ ਉਚਰੈ ਅਬ ਕਿਆ ਕਰੈ ਪ੍ਰਾਣੀ, ਮਾਥੇ ਪੀਰ ਸਰੀਰ ਜਲਤ ਹੈ, ਕਰਕ ਕਰੇਜੇ ਮਾਹੀ ਐਸੀ ਬੇਦਨ ਉਪਜ ਖਰੀ ਪਈ, ਵਾਕਾ ਔਖਦ ਨੇ। ਬੁਢਾਪਾ ਰੂਪੀ ਰੋਗ ਸਰੀਰ ਨੂੰ ਘੇਰਦਾ, ਉਹ ਇੱਕ ਨਿਸ਼ਾਨੀ ਹੈ ਕਿ ਉਦੋਂ ਬਾਅਦ ਹੁਣ ਅਗਲਾ ਪੜਾ ਮੌਤ ਹੀ ਹੈ। ਪਰ ਬੰਦਾ ਉੱਥੇ ਪਹੁੰਚ ਜਾਂਦਾ ਹੈ, ਫਿਰ ਵੀ ਮੌਤ ਨੂੰ ਭੁਲਾ ਕੇ ਗਫਲਤ ਨਹੀਂ ਛੱਡਦਾ ਹੈ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਕਬੀਰ ਸਾਹਿਬ ਕਹਿੰਦੇ ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਘਟੈ ਤਨ ਸੀਜੈ, ਕਾਲ ਅਹੇਰੀ ਫਿਰੈ ਬਦਕ, ਜਿਉ ਕਹੋ ਕਵਨ ਬਿਦ ਕੀਜੈ, ਸੋ ਦਿਨ ਆਵਣ ਲਾਗਾ। ਕਹਿੰਦੇ ਉਹ ਦਿਨ ਤੇਰਾ ਸਮਝ ਨੇੜੇ ਆ ਰਿਹਾ ਹੈ। ਤੇ ਗੁਰੂ ਨੇ ਸੁਚੇਤ ਕੀਤਾ ਬਾਣੀ 'ਚ ਇੱਦਾਂ ਦੀਆਂ ਗੱਲਾਂ ਕਰਕੇ ਸਾਨੂੰ ਮੌਤ ਤੋਂ ਡਰਾਇਆ ਨਹੀਂ ਹੈ, ਸਮਝਾਇਆ ਹੈ ਕਿ ਗੱਗਾ ਗੋਬਿੰਦ ਗੁਣ ਰਮੋ, ਸਾਸ ਸਾਸ ਜਪ ਨੀਤ, ਕਹਾਂ ਬਿਸਾਸਾ ਦੇ ਕਾ ਬਿਲਮ ਨਾ ਕਰਿਓ ਮੀਤ, ਨੈ ਬਾਰਿਕ ਨੈ ਜੋਬਨੈ, ਨੈ ਬਿਰਦੀ ਕਛ ਬੰਦ, ਉਹ ਵੇਰਾ ਨੈ ਬੂਝੀਐ ਜੋ ਆਏ ਪਰੈ ਜਮ ਫੰਦ। ਗੁਰੂ ਕਹਿੰਦੇ ਪਤਾ ਕੁਝ ਨਹੀਂ ਹੈ,
बुढ़ापे च आ सकती है, जवानी च आ सकती है, बचपन च आ सकती, उस वेले का कोई पता नहीं है। पर अज्ञानी बंदा नहीं समझदा है। कटंत सासा नित प्रते, हजूर कहते सवास तां निता प्रति घट रहे हैं। सवास जेड़ा सा निकल गया उन्होंने परत के वापस नहीं लिया जा सकता। सिकंदर ने वैदा हकीमां नूं कहा सी धन दौलत दे अंबार लगा देवांगा, मैनू बचा लवो। वो कहने लगे भावें सारा राज भाग भी साडे नाम कर दे, एक सवास भी नहीं वधा सकते। फिर पता लग्या कि जेड़े धन खातर सारे सवास बर्बाद किए, वो धन एक सवास भी नहीं वधा सकते। फिर उन्हें कहा कि मेरे हथ कफन चों बाहर करके खड़े हो अखीर ते मेरे जनाजे नूं, ताकि दुनिया नूं पता लग सके कि दुनिया जितण वाला सिकंदर भी अखीर खाली हथ गया है। आपां बहुत वार सुनते हाँ पर समझते नहीं हैं। अचेत मूड़ा ना जानंत, कटंत सासा नित प्रते, शिजंत महासुंदरी काया, काल कन्या गरासते। महाराज कहते ये जिहड़ी बहुत सोहनी सुंदर काया है, ते जिन्हों फिर सवारण दे लई शिंगारण दे लई अगों आपां होर अनेकां प्रकार दे यतन करते हाँ, अनेकां तरीकां दे ढंग तरीके वरतते हाँ कि ये साडी जिहड़ी काया है ये सोहनी लगे। शरीर ते सोहणे सोहणे कपड़े आपां पहनदे हाँ और हर तरह के प्रबंध करते हाँ। बाबा फरीद साहब इसे करके कहते, फरीदा मैं भुलावा पग दा मत मैली हो जाए। मैनू तो ये फिक्र लगी सी मेरी पग मैली ना हो जाए, मेरे कपड़े मैले ना हो जान, पर कहते इस गल का तो पता ही नहीं सी कि सारा कुछ ही मिट्टी च मिट्टी होना है। गहला रूह ना जाने सिर पे मिट्टी खाए। सो महाराज सच्चे पातशाह कहते शिजंत महासुंदरी काया, ये जिहड़ी बहुत सोहनी काया है ये समय दे नाल छिजदी जाती है, इहदी सुंदरता घटदी जाती है। काल कन्या गरासते, ते काल कन्या का भाव है मौत दी धी, बुढ़ापा, बिरध अवस्था। फिर महाराज कहते शरीर नूं वो आण गरासदा है। बुढ़ापे च बहुत तरह दीयां बीमारियां शरीर ते लगदियां ने, पर गुरु कहते बुढ़ापा ही असल दे विच अपने आप दे विच एक बीमारी है। इनू महाराज जर आई जोबन हारिया भी कहते हैं। और नाल सतगुरु ने यह भी समझाया, जब लग जरा रोग नहीं आया, जब लग काल ग्रसी नहीं काया, जब लग बिकल भई नहीं बाणी। महाराज कहते अजे तेरा मुँह बहुत सोहना बोलदा, सीधे अखर बोलदा पिया है, अजे तेरी आवाज़ कंब नहीं रही है, अजे तेरी आवाज़ चों अल्फाज थिड़क नहीं रहे हैं। वाहिगुरू दा शुक्र कर तू तंदरुस्ती च है। जब लग बिकल भई नहीं बाणी, भज लिहो रे मना सारंग पानी। वाहिगुरू नू जप लै, नहीं ते अब ना भजस भजस कब भाई, आवे अंत ना भज्या। फिर नहीं वो जपिया जाना। भाई गुरदास साहब कहते जेड़े ये कहते ने ना जप लवांगे, अजे किहड़ा बुढ़े हो गए हाँ, अजे किहड़ा मर चले हाँ, वो जप कोई नहीं पाउंदे हन। वो बस इदां दे बोलां दे विच ही उन्हां दा समां लंघ जांदा, ते जदों काल ऐण लैण दे लई पहुँच जांदा फिर जपण दा समां ही कोई नहीं हुंदा। उन्हां कई उदाहरणां दित्तियां, कई वार आपां पहिलां भी साझीआं कीतीआं ने कि जे पहिलां तैयारी होवे ते फौजां जंग जित सकदियां ने। जे दुश्मन फौजां चढ़ आईआं उदों कोई कवे हुण मैं फौजां नूं ट्रेनिंग दे के ते दुश्मन दीआं फौजां दा मुकाबला करांगा, फिर गल कोई नहीं बनदी है। तो जिन्ना पहला वक्त संभालिया वो फिर मौके ते सफलता हासिल करते हैं। घर नूं लग जाए अग, बंदा कवे हुण खूह पुट के पानी कढ़ के उहदे नाल अग बुझावांगा, फिर कित्थों अग बुझणी, फिर ते सारा कुछ सड़ के राख हो जाएगा। इसे तरह जे बंदा ये कवे कि जप लवांगे कोई ना, फिर महाराज कहते काल आण सिर बहिंदा है, फिर कोई जपिया नहीं जाता है, फिर कुछ हथ नहीं आउंदा है। सो महाराज सच्चे पातशाह कहते रचंत पुरख है कुटुंब लीला, अनित आसा विख्या विनोद। ये जीव घर परिवार दियां लीला च रंग तमाशियां च जीव फसे हुए हैं। ते माया बेख रूपी जिहड़ी माया है
ਉਹਦੇ ਕਈ ਤਰ੍ਹਾਂ ਦੇ ਆਨੰਦ ਵਿਨੋਦ ਦੇ ਵਿੱਚ ਜੀਵ ਫਸੇ, ਭਾਵ ਮਾਇਆ ਤੇ ਕੁਟੰਬ ਦੇ ਵਿੱਚ, ਪਰਿਵਾਰ ਦੇ ਵਿੱਚ ਜੀਵ ਦੀ ਬਿਰਤੀ ਅਟਕੀ ਹੈ। ਉਸੇ ਰਸ ਰੂਪ ਭੋਗ ਆਦਿਕ ਦੇ ਵਿੱਚ ਜੀਵ ਫਸਿਆ। ਇਹ ਚੀਜ਼ਾਂ ਦਾ ਚੇਤਾ ਹੈ, ਰੱਬ ਦਾ ਚੇਤਾ ਨਹੀਂ ਹੈ, ਪਰਮਾਤਮਾ ਦਾ ਚੇਤਾ ਨਹੀਂ। ਪਰਮੰਤ ਬਹੁ ਜਨਮ ਹਾਰਿਓ, ਸ਼ਰਨ ਨਾਨਕ ਕਰਨਾ ਮਏ। ਇੱਦਾਂ ਫਿਰ ਕਹਿੰਦੇ ਇਸ ਅਗਿਆਨਤਾ 'ਚ ਭਟਕਦਿਆਂ ਇੱਕ ਨਹੀਂ, ਪਤਾ ਨਹੀਂ ਕਿੰਨੇ ਜਨਮ, ਕਿੰਨੀਆਂ ਜੂਨਾਂ ਇਹ ਜੀਵ ਨੇ ਗਵਾ ਦਿੱਤੀਆਂ ਨੇ। ਫਿਰਤ ਬਹੁਤੇ ਯੁੱਗ ਹਾਰਿਓ, ਬੜਾ ਸਮਾਂ ਇਸ ਆਤਮਾ ਨੇ ਭਟਕਦਿਆਂ ਗਵਾਇਆ ਹੈ। ਫਿਰਤ ਬਹੁਤੇ ਯੁੱਗ ਹਾਰਿਓ, ਮਾਨਸ ਦੇ ਲਹੀ ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾਂ ਨਹੀਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਭਟਕਦਿਆਂ ਤੂੰ ਬੜਾ ਸਮਾਂ ਬਰਬਾਦ ਕੀਤਾ, ਮਨੁੱਖਾ ਕਾਇਆ ਮਿਲੀ, ਹੁਣ ਰੱਬ ਨੂੰ ਜਪ ਲੈ, ਨਹੀਂ ਤੇ ਇਹ ਵੀ ਸਮਾਂ ਲੰਘ ਜਾਣਾ ਹੈ, ਇਹ ਵੀ ਸਮਾਂ ਲੰਘ ਜਾਵੇਗਾ। ਬਹੁਤ ਜਨਮ ਆਤਮਾ ਨੇ ਭਟਕਦਿਆਂ ਗਵਾਏ ਨੇ, ਸ਼ਰਨ ਨਾਨਕ ਕਰਨਾ ਮਏ। ਮਹਾਰਾਜ ਕਹਿੰਦੇ ਉਹ ਕਰਨਾ ਤਰਸ ਦੇ ਘਰ ਪਰਮਾਤਮਾ ਦੀ ਸ਼ਰਨ ਦੇ ਵਿੱਚ ਜੁੜੋ, ਤਾਂ ਕਿ ਦੁਬਾਰਾ ਨਾ ਭਟਕਣਾ ਪਵੇ। ਪਹਿਲਾਂ ਭਟਕੀ ਹੈ ਸਾਡੀ ਆਤਮਾ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈ ਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਸ। ਰੋਜ਼ ਆਪਾਂ ਗੁਰੂ ਕੇ ਬਚਨ ਪੜ੍ਹਦੇ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ। ਸਤਿਗੁਰੂ ਕਹਿੰਦੇ ਇੱਥੇ ਜੁੜ, ਫਿਰ ਜੀਵਨ ਯਾਤਰਾ ਤੇਰੀ ਸਫਲ ਹੋਵੇਗੀ। ਇੱਦੋਂ ਅੱਗੇ 62 ਨੰਬਰ ਸ਼ਲੋਕ 'ਚ ਸਤਿਗੁਰੂ ਜੀ ਜ਼ੁਬਾਨ ਨੂੰ ਸੰਬੋਧਨ ਕਰਦਿਆਂ ਹੋਇਆਂ ਤੇ ਉਪਦੇਸ਼ ਦਿੰਦੇ ਹਨ। ਮਨੁੱਖਾ ਸਰੀਰ ਦੇ 5 ਗਿਆਨ ਇੰਦਰੇ ਨੇ, 5 ਕਰਮ ਇੰਦਰੇ ਹਨ। ਗਿਆਨ ਇੰਦਰਿਆਂ ਦਾ ਭਾਵ ਹੈ ਜਿਹਦੇ ਰਾਹੀਂ ਅਸੀਂ ਗਿਆਨ ਹਾਸਲ ਕਰਦੇ ਹਾਂ, ਜਾਣਕਾਰੀ ਹਾਸਲ ਕਰਦੇ ਹਾਂ। ਤੇ ਕਰਮ ਇੰਦਰਿਆਂ ਦਾ ਭਾਵ ਹੈ ਜਿਨ੍ਹਾਂ ਦੇ ਰਾਹੀਂ ਕਰਮ ਕੀਤੇ ਜਾਂਦੇ ਹਨ। ਤੇ ਜ਼ੁਬਾਨ ਸਾਡਾ ਗਿਆਨ ਇੰਦਰਾ ਵੀ ਹੈ, ਜ਼ੁਬਾਨ ਸਾਡਾ ਕਰਮ ਇੰਦਰਾ ਵੀ ਹੈ। ਜ਼ੁਬਾਨ ਦੇ ਨਾਲ ਆਪਾਂ ਪਦਾਰਥ ਮਿੱਠਾ ਹੈ, ਕੌੜਾ ਹੈ, ਕਿੱਦਾਂ ਦਾ ਵਸਤੂ ਦਾ ਸਵਾਦ ਹੈ, ਉਹ ਗਿਆਨ ਸਾਨੂੰ ਕਿੱਥੋਂ ਮਿਲਦਾ ਹੈ? ਜ਼ੁਬਾਨ ਦੇ ਨਾਲ ਚੱਖ ਕੇ। ਭੋਜਨ ਗਰਾਈ ਮੂੰਹ 'ਚ ਪਾਈ, ਭੋਜਨ ਦਾ ਥਾਲ ਸਾਹਮਣੇ ਪਿਆ, ਸਾਨੂੰ ਨਹੀਂ ਪਤਾ ਸਬਜ਼ੀ 'ਚ ਨਮਕ ਬਹੁਤਾ ਹੈ ਕਿ ਘੱਟ ਹੈ, ਚਾਹ 'ਚ ਮਿੱਠਾ ਜ਼ਿਆਦਾ ਹੈ ਕਿ ਘੱਟ ਹੈ, ਪਰ ਜਿਵੇਂ ਉਹ ਚੀਜ਼ ਜ਼ੁਬਾਨ ਦੇ ਨਾਲ ਟੱਚ ਹੋਈ, ਇੱਕਦਮ ਗਿਆਨ ਹੋ ਗਿਆ ਕਿ ਇਹ ਸਬਜ਼ੀ 'ਚ ਇਹ ਚੀਜ਼ ਘੱਟ ਹੈ ਜਾਂ ਚਾਹ 'ਚ ਮਿੱਠਾ ਘੱਟ ਹੈ, ਵੱਧ ਹੈ। ਇੱਕਦਮ ਗਿਆਨ ਕਿੱਦਾਂ? ਜ਼ੁਬਾਨ ਦੇ ਟੱਚ ਹੋਣ 'ਤੇ ਗਿਆਨ ਪ੍ਰਾਪਤ ਹੋਇਆ। ਸੋ ਜ਼ੁਬਾਨ ਸਾਡਾ ਗਿਆਨ ਇੰਦਰਾ ਵੀ ਹੈ, ਤੇ ਇਸੇ ਜ਼ੁਬਾਨ ਦੇ ਨਾਲ ਆਪਾਂ ਬੋਲਣ ਦਾ ਕੰਮ ਵੀ ਕਰਦੇ ਹਾਂ, ਇਸ ਕਰਕੇ ਇਹ ਸਾਡਾ ਕਰਮ ਇੰਦਰਾ ਵੀ ਹੈ। ਤੇ ਜ਼ੁਬਾਨ ਬਾਰੇ ਗੁਰੂ ਸਾਹਿਬ ਨੇ ਬਾਣੀ 'ਚ ਬਹੁਤ ਥਾਵਾਂ ਤੇ ਬਚਨ ਕਹੇ ਹਨ। ਸਭ ਤੋਂ ਜ਼ਿਆਦਾ ਵਾਰ ਬਾਣੀ 'ਚ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤੇ ਗਏ ਹਨ, ਕਿਉਂਕਿ ਜੋ ਕਿਛ ਕੀਆ ਸੋ ਮਨ ਕੀਆ। ਸਾਡੀ ਸਰੀਰ ਰੂਪੀ ਗੱਡੀ ਦਾ ਡਰਾਈਵਰ ਹੈ ਮਨ। ਅਸੀਂ ਚੰਗਾ ਕਰੀਏ, ਅਸੀਂ ਮੰਦਾ ਕਰੀਏ, ਕਰਵਾਉਣ ਵਾਲਾ ਮਨ ਹੈ। ਉਦੋਂ ਬਾਅਦ ਮਨ ਤੋਂ ਬਾਅਦ ਬਾਣੀ 'ਚ ਦੂਜੀ ਜਗ੍ਹਾ 'ਤੇ ਜ਼ੁਬਾਨ ਨੂੰ ਸੰਬੋਧਨ ਕਰਦਿਆਂ ਸਤਿਗੁਰੂ ਨੇ ਬਹੁਤ ਬਚਨ ਕਹੇ ਹਨ। ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਰਸਨਾ ਗੁਣ ਗੋਪਾਲ ਨਿਤ ਗਾਇਣ। ਜਾਂ ਆਨੰਦ ਸਾਹਿਬ ਅੰਦਰ ਆਪਾਂ ਹਜ਼ੂਰ ਦੇ ਬਚਨ ਪੜ੍ਹਦੇ, ਜਿੱਥੇ ਕਹਿੰਦੇ ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੈ, ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ, ਹਰ ਰਸ ਬੋੜ ਨਾ ਤ੍ਰਿਸ਼ਨਾ ਲਾਗੇ। ਸੋ ਕਹਿਣ ਦਾ ਭਾਵ ਕਿ ਜ਼ੁਬਾਨ ਨੂੰ ਸੰਬੋਧਨ ਕਰਦਿਆਂ ਗੁਰੂ ਨੇ ਬਹੁਤ ਪ੍ਰਮਾਣ ਦਿੱਤੇ ਨੇ, ਬਹੁਤ ਉਪਦੇਸ਼ ਦਿੱਤੇ। ਜਿੱਥੇ ਸਿੱਧਾ ਜ਼ੁਬਾਨ ਨੂੰ ਸੰਬੋਧਨ ਕਰਦਿਆਂ ਹੋਇਆਂ ਤੇ ਗੁਰੂ ਨੇ ਉਪਦੇਸ਼ ਦਿੱਤਾ ਹੈ। ਇੱਥੇ ਵੀ ਇਹ 62 ਨੰਬਰ ਸ਼ਲੋਕ 'ਚ ਵੀ ਮਹਾਰਾਜ ਜ਼ੁਬਾਨ ਨੂੰ ਰਸਨਾ ਨੂੰ ਸੰਬੋਧਨ ਕਰਦੇ ਹੋਏ ਬਚਨ ਕਰਦੇ, ਕਹਿੰਦੇ ਹੇ ਜਿਹਬੇ ਹੇ ਰਸਗੇ ਮਦਰ ਪ੍ਰੇ ਤੁਅੰ। ਮਹਾਰਾਜ ਕਹਿੰਦੇ ਹੇ ਜ਼ੁਬਾਨ, ਹੇ ਰਸਨਾ,
ਮਿੱਠੇ ਪਦਾਰਥ ਝੱਟ ਤੂੰ ਸਮਝ ਲੈਂਦੀ ਹੈ ਜਾਂ ਤਰ੍ਹਾਂ ਤਰ੍ਹਾਂ ਦੇ ਮਿੱਠੇ ਪਦਾਰਥ ਤੈਨੂੰ ਬੜੇ ਪਿਆਰੇ ਲੱਗਦੇ ਹਨ। ਮਧੁਰ ਦਾ ਭਾਵ ਹੈ ਮਿੱਠੇ, ਪ੍ਰੇਮ ਦਾ ਭਾਵ ਹੈ, ਪ੍ਰੇ ਦਾ ਭਾਵ ਹੈ ਪਿਆਰੇ, ਤੁਅੰਗ ਦਾ ਭਾਵ ਹੈ ਤੈਨੂੰ। ਹੇ ਜ਼ੁਬਾਨ, ਹੇ ਰਸਨਾ, ਜਿਹੜੇ ਤਰ੍ਹਾਂ ਤਰ੍ਹਾਂ ਦੇ ਮਿੱਠੇ ਪਦਾਰਥ ਹੁੰਦੇ ਨੇ, ਗੁਰੂ ਕਹਿੰਦੇ ਤੈਨੂੰ ਬੜੇ ਪਿਆਰੇ ਲੱਗਦੇ, ਬੜੇ ਚੰਗੇ ਲੱਗਦੇ ਹਨ। ਸਤ ਹਤੰ ਪਰਮ ਬਾਦੰ ਅਵਰਤ ਇਥੈ ਸੁਧ ਅਸ਼ਰਣ। ਹੁਣ ਸਤ ਹਤੰਗ ਦਾ ਭਾਵ ਗੁਰੂ ਕਹਿੰਦੇ ਮਿੱਠੇ ਪਦਾਰਥ ਤਾਂ ਇਹ ਜ਼ੁਬਾਨ ਤੈਨੂੰ ਬੜੇ ਚੰਗੇ ਲੱਗਦੇ ਨੇ। ਇਹ ਤਾਂ ਹੋ ਗਈ ਇੱਕ ਪਾਸੇ ਦੀ ਗੱਲ। ਪਰ ਜੇ ਤੈਨੂੰ ਸੱਚ ਬੋਲਣ ਦੇ ਲਈ ਕਵੇ ਤੇ ਫਿਰ ਤੈਨੂੰ ਮੌਤ ਪੈਂਦੀ ਹੈ। ਪਰਮਾਤਮਾ ਦਾ ਨਾਮ ਜਪਣਾ ਹੋਵੇ ਤੇ ਫਿਰ ਮੌਤ ਪੈਂਦੀ ਹੈ। ਸਤ ਹਤੰਗ, ਹਤੰਗ ਦਾ ਭਾਵ ਹੈ ਮੌਤ। ਤੂੰ ਸੱਚ ਬੋਲਣ ਦੇ ਲਈ ਤਿਆਰ ਨਹੀਂ ਹੈ, ਤੂੰ ਪਰਮਾਤਮਾ ਨੂੰ ਜਪਣ ਦੇ ਲਈ ਤਿਆਰ ਨਹੀਂ ਹੈ। ਮਿੱਠੇ ਮਿੱਠੇ ਪਦਾਰਥਾਂ ਦੇ ਭੋਗ ਤੈਨੂੰ ਬੜੇ ਚੰਗੇ ਲੱਗਦੇ, ਉਹ ਤੂੰ ਭੋਗਣ ਵਾਲੇ ਪਾਸੇ ਲੱਗੀ ਰਹਿੰਦੀ ਹੈ। ਜਾਂ ਫਿਰ ਪਰਮ ਬਾਦੰ, ਤਰ੍ਹਾਂ ਤਰ੍ਹਾਂ ਦੇ ਬਖੇੜੇ ਝਗੜੇ ਤੂੰ ਬੜੇ ਪਵਾਉਂਦੀ ਹੈ। ਜਿਵੇਂ ਕਹਿੰਦੇ ਹਨ ਕਿ ਜ਼ੁਬਾਨ ਦੇ ਵਿੱਚ ਹੱਡੀ ਤਾਂ ਕੋਈ ਨਹੀਂ ਹੁੰਦੀ ਹੈ, ਪਰ ਹੱਡੀਆਂ ਤੁੜਾਉਣ ਦਾ ਕੰਮ ਜ਼ਰੂਰ ਕਰ ਦਿੰਦੀ ਹੈ। ਕਿਉਂਕਿ ਆਪਾਂ ਬੋਲਦੇ ਹਾਂ ਜ਼ੁਬਾਨ ਤੋਂ, ਤੇ ਕੋਈ ਇੱਕ ਅੱਖਰ ਵੀ ਇੱਧਰ ਉੱਧਰ ਬੰਦਾ ਗਲਤ ਬੋਲ ਦਵੇ ਤੇ ਝੱਟ ਬਖੇੜਾ ਖੜਾ, ਮਾੜੇ ਫਿੱਕੇ ਬੋਲ ਬੋਲ ਦਿੱਤੇ ਤੇ ਪ੍ਰੀਤ ਦੀਆਂ ਗੰਢਾਂ ਟੁੱਟਦੀਆਂ ਨੇ, ਪਰਿਵਾਰ ਟੁੱਟਦੇ ਨੇ। ਇੱਕ ਇੱਕ ਬੋਲ ਵੱਡੇ ਵੱਡੇ ਬਖੇੜੇ ਦਾ, ਝਗੜੇ ਦਾ ਕਾਰਨ ਬਣਦਾ ਹੈ। ਤੇ ਵੈਸੇ ਵੀ ਵੇਖੋ, ਸਮਾਜ ਅੰਦਰ ਬੰਦਾ ਮਿੱਠਾ ਬੋਲੇ ਤੇ ਉਹਦੀ ਇੱਜ਼ਤ ਹੈ, ਜੇ ਕੌੜਾ ਬੋਲੇ ਤੇ ਉਹਨੂੰ ਕੋਈ ਪਸੰਦ ਨਹੀਂ ਕਰਦਾ। ਬੰਦੇ ਦੀ ਤੇ ਗੱਲ ਹੀ ਕੀ ਹੈ। ਪਸ਼ੂਆਂ ਪੰਛੀਆਂ ਵਾਲੇ ਪਾਸੇ ਵੀ ਵੇਖੀਏ, ਕਾਂ ਤੇ ਕੋਇਲ, ਰੰਗ ਦੋਵਾਂ ਦਾ ਇੱਕੋ ਜਿਹਾ ਹੈ, ਕਾਲਾ। ਕਾਂ ਦੀ ਆਵਾਜ਼ ਕੋਈ ਸੁਣਨ ਦੇ ਲਈ ਤਿਆਰ ਨਹੀਂ ਹੈ। ਕਾਰਨ ਕੀ ਹੈ? ਉਹਦੇ ਬੋਲ ਖਰਵੇਂ ਨੇ, ਉਹਦੇ ਬੋਲ ਰੁੱਖੇ ਹਨ, ਰੁੱਖੀ ਆਵਾਜ਼ ਹੈ। ਪਰ ਉਸੇ ਰੰਗ ਦੀ ਕੋਇਲ ਹੈ, ਉਹਦੇ ਬੋਲਾਂ 'ਚ ਮਿਠਾਸ ਹੈ। ਕੋਇਲ ਦੀ ਆਵਾਜ਼ ਸਭ ਨੂੰ ਪਿਆਰੀ ਲੱਗਦੀ ਹੈ, ਸਾਰੇ ਸੁਣਨਾ ਚਾਹੁੰਦੇ ਹਨ। ਇਸੇ ਤਰ੍ਹਾਂ ਗੱਲ ਬਾਹਰ ਬੰਦੇ ਦਾ ਰੂਪ ਰੰਗ ਕਿੱਦਾਂ ਦਾ ਹੈ ਇਹਦੀ ਨਹੀਂ ਹੈ, ਗੱਲ ਬੰਦੇ ਦੇ ਬੋਲਾਂ ਦੀ ਹੈ ਕਿ ਉਹਦੇ ਬੋਲ ਕਿੱਦਾਂ ਦੇ ਹਨ, ਮਿੱਠੇ ਹਨ ਕਿ ਕੌੜੇ ਹਨ। ਤੇ ਜੇ ਮਿੱਠੇ ਬੋਲ ਹੋਣ ਤੇ ਮਿੱਠ ਬੋਲਣਾ ਸਭ ਨੂੰ ਚੰਗਾ ਲੱਗਦਾ ਹੈ, ਜੇ ਕੌੜੇ ਬੋਲ ਹੋਣ ਤੇ ਕੌੜਾ ਬੋਲਣ ਵਾਲਾ, ਜ਼ਹਿਰੀ ਬੋਲ ਬੋਲਣ ਵਾਲਾ ਕਿਸੇ ਨੂੰ ਚੰਗਾ ਨਹੀਂ ਲੱਗਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੋਲਣ ਦਾ ਕੰਮ ਹੈ ਜ਼ੁਬਾਨ ਦਾ, ਤੇ ਜ਼ੁਬਾਨ ਅਕਸਰ ਸੱਤ ਬੋਲਣ ਤੋਂ ਕੰਨੀ ਕਤਰਾਉਂਦੀ ਹੈ, ਝੂਠ ਝੱਟ ਬੋਲ ਦਿੰਦੀ ਹੈ। ਪਰਮਾਤਮਾ ਨੂੰ ਧਿਆਉਣ ਵਾਲੇ ਪਾਸਿਓਂ ਤੇ ਇਹ ਇਨਕਾਰੀ ਹੈ, ਪਰ ਨਿੰਦਿਆ ਚੁਗਲੀ ਦੇ ਬੋਲ ਬੋਲਣੇ ਹੁਣ, ਝਗੜੇ ਬਖੇੜੇ ਵਾਲੇ ਬੋਲ ਬੋਲਣੇ ਹੁਣ। ਬੰਦਾ ਤੁਰਦਾ ਤੁਰਦਾ ਬਸ ਦੋ ਅੱਖਰ ਬੋਲ ਕੇ ਅੱਗੇ ਲੰਘ ਜਾਂਦਾ ਤੇ ਉਹਦੇ ਦੋ ਅੱਖਰ ਹੀ ਬਖੇੜੇ ਦਾ ਕਾਰਨ ਬਣ ਜਾਂਦੇ ਹਨ। ਮਹਾਰਾਜ ਕਹਿੰਦੇ ਅਵਰਤ ਇਥੈ ਸ਼ੁੱਧ ਅਚਰਣ ਹੈ। ਹੇ ਜ਼ੁਬਾਨ, ਸੰਸਾਰ 'ਚ ਇੱਥੇ ਵਿਚਰਦਿਆਂ ਹੋਇਆਂ ਤੇ ਸ਼ੁੱਧ ਅਛਰ ਬੋਲ, ਚੰਗੇ ਅੱਖਰ ਬੋਲ, ਚੰਗੇ ਸ਼ਬਦ ਬੋਲ। ਕੀ ਬੋਲ? ਗੋਬਿੰਦ ਦਾ ਮੋਦਰ ਮਾਧਵੇ, ਪਰਮਾਤਮਾ ਦਾ ਨਾਮ ਬੋਲ। ਨਿਰੰਕਾਰ ਦੀ ਵਡਿਆਈ ਕਰ, ਸਿਫਤ ਕਰ, ਉਹ ਦਾਮੋਦਰ ਨੂੰ, ਉਸ ਮਾਧੋ ਨੂੰ, ਉਸ ਪਰਮੇਸ਼ਰ ਨੂੰ ਹਮੇਸ਼ਾ ਜਪਿਆ ਕਰ। ਤੂੰ ਫਿਰ ਸਕਾਰਤ ਹੈ, ਫਿਰ ਤੂੰ ਸਫਲ ਹੈ। ਇੱਦੋਂ ਅੱਗੇ 63 ਨੰਬਰ ਸਲੋਕ 'ਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੋ ਤਰ੍ਹਾਂ ਦੀ ਬਿਰਤੀ ਦੀ ਗੱਲ ਕੀਤੀ। ਇੱਕ ਹੰਕਾਰੀ ਬਿਰਤੀ, ਵਿਕਾਰੀ ਬਿਰਤੀ ਦੀ, ਤੇ ਇੱਕ ਬਿਰਤੀ ਨਿਮਰਤਾ ਵਾਲੀ, ਵਾਹਿਗੁਰੂ ਨੂੰ ਜਪਣ ਵਾਲੀ। ਜਾਂ ਇੱਦਾਂ ਕਹਿ ਲਈਏ, ਇੱਕ ਬੰਦਾ ਬਾਹਰੋਂ ਬੜਾ ਤਕੜਾ, ਧਨ ਵੀ ਹੈ, ਬਾਹਰੀ ਸ਼ੋਭਾ ਵਡਿਆਈ ਵੀ ਹੈ, ਪਰ ਜਿੱਥੇ ਬਾਹਰ ਦੀ ਇਹ ਤਾਕਤ ਹੈ ਉੱਥੇ ਜੀਵਨ ਅੰਦਰ ਬੁਰਾਈਆਂ ਭਰੀਆਂ ਪਈਆਂ ਹਨ। ਇੱਕ ਬੰਦਾ ਬਾਹਰੀ ਤੌਰ 'ਤੇ ਧਨ ਨਹੀਂ ਹੈ, ਨਾ ਕੋਈ ਬਾਹਰ ਕੋਈ ਸਮਾਜ ਅੰਦਰ ਬਹੁਤ ਵਧੀਆ ਸਟੇਟਸ ਹੈ, ਰੁਤਬਾ ਹੈ, ਪਰ ਪਰਮਾਤਮਾ ਦੀ ਬੰਦਗੀ 'ਚ ਜੁੜਿਆ ਹੈ। ਉਹ ਬਾਹਰ ਦਾ ਗਰੀਬ ਬੰਦਗੀ 'ਚ ਜੁੜਿਆ ਕਿੱਦਾਂ ਦਾ ਹੈ, ਤੇ ਬਾਹਰ ਦਾ ਧਨੀ ਧਨਵਾਨ ਰੱਬ ਦੀ ਬੰਦਗੀ ਤੋਂ ਟੁੱਟਿਆ ਕਿੱਦਾਂ ਦਾ ਹੈ, ਉਹ ਦੋਵਾਂ ਦੀ ਗੱਲ ਸਤਿਗੁਰੂ ਸੱਚੇ ਪਾਤਸ਼ਾਹ 63 ਨੰਬਰ ਸਲੋਕ 'ਚ ਕਰਦੇ ਨੇ। ਮਹਾਰਾਜ ਕਹਿੰਦੇ ਗਰਬੰਤ ਨਾਰੀ ਮਦੋਨ ਮਤੰ, ਹੰਕਾਰ ਦੇ ਵਿੱਚ ਹੈ ਤਕੜਾ, ਧਨੀ ਹੰਕਾਰੀ ਬੰਦਾ,
ਇਸਤਰੀ ਦੇ ਮੱਧ ਦੇ ਵਿੱਚ ਭਾਵ ਵਿਸ਼ਈ ਵਿਕਾਰੀ ਬਿਰਤੀ, ਕਾਮੀ ਬਿਰਤੀ, ਪਰਾਇਆ ਤਨ ਤੱਕਣ ਵਾਲੀ, ਪਰਾਇਆ ਧਨ ਤੱਕਣ ਵਾਲੀ ਬਿਰਤੀ, ਪੁੱਠੀ ਮੱਤ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਮਨ ਰੇ ਕੌਣ ਕੁਮੱਤ ਤੈਂ ਲੀਨੀ, ਕਿੱਥੋਂ ਭੈੜੀ ਮੱਤ ਤੂੰ ਹਾਸਲ ਕਰ ਲਈ ਹੈ। ਸਮਾਜ ਅੰਦਰ ਤਾਂ ਚੰਗੀ ਮੱਤ ਦਾ ਹੀ ਪ੍ਰਚਾਰ ਸਾਰੇ ਪਾਸੇ ਹੁੰਦਾ ਹੈ, ਮਨਾ ਤੂੰ ਮਾੜੀ ਮੱਤ ਕਿੱਥੋਂ ਲੈ ਲਈ ਹੈ। ਮਨ ਰੇ ਕੌਣ ਕੁਮੱਤ ਤੈਂ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ। ਸਾਰੇ ਪਾਸੇ ਭਗਤੀ ਦਾ ਉਪਦੇਸ਼, ਸਿਮਰਨ ਦਾ, ਸਤਨਾਮ ਦਾ ਉਪਦੇਸ਼ ਦਿੱਤਾ ਜਾਂਦਾ ਹੈ। ਤੇ ਜਿਹੜਾ ਉਪਦੇਸ਼ ਚਾਰੇ ਪਾਸਿਆਂ ਤੋਂ ਸੁਣਨ ਦੇ ਲਈ ਮਿਲਦਾ ਹੈ, ਉਹ ਰਾਮ ਭਗਤ ਨਹਿ ਕੀਨੀ, ਉਹ ਭਗਤੀ ਤਾਂ ਤੂੰ ਕਦੇ ਕੀਤੀ ਨਹੀਂ ਹੈ। ਕਰਦਾ ਕੀ ਹੈ? ਜਾਂ ਦੂਜਿਆਂ ਦੀ ਨਿੰਦਿਆ 'ਚ ਫਸਿਆ ਹੋਇਆ, ਚੁਗਲੀਆਂ 'ਚ ਫਸਿਆ ਹੋਇਆ ਹੈ, ਜਾਂ ਤੂੰ ਦੂਜਿਆਂ ਦੇ ਤਨ ਧਨ ਨੂੰ ਤੱਕਣ 'ਤੇ ਲੱਗਿਆ ਹੋਇਆ। ਦੋ ਤਰੀਕਿਆਂ ਦੇ ਨਾਲ ਮਾਇਆ ਮਨੁੱਖ ਦੇ ਮਨ 'ਤੇ ਪ੍ਰਭਾਵ ਪਾਉਂਦੀ ਆ, ਜਾਂ ਚਮੜੀ ਦੇ ਰੂਪ ਦੇ ਵਿੱਚ ਤੇ ਜਾਂ ਦਮੜੀ ਦੇ ਰੂਪ ਦੇ ਵਿੱਚ। ਤੇ ਮਨ ਮੱਤੀ ਹੰਕਾਰੀ ਬੰਦਾ ਦੋਵਾਂ ਤਰੀਕਿਆਂ 'ਚ ਮਾਇਆ 'ਚ ਗਰਸਿਆ ਰਹਿੰਦਾ ਹੈ। ਮਹਾਰਾਜ ਕਹਿੰਦੇ, ਗਰਬੰਤ ਨਾਰੀ ਮਦੋਨ ਮਤੰ ਬਲਵੰਤ ਬਲਾਤ ਕਾਰਨ ਹੈ। ਇਹ ਬਲ ਵਾਲਾ, ਬਾਹਰੀ ਤਾਕਤ ਵਾਲਾ ਜਿਹੜਾ ਮਨੁੱਖ ਹੈ, ਬਲਾਤ ਵਾਲੀ ਬਿਰਤੀ ਉਹਦੀ, ਭਾਵ ਵਿਸ਼ਈ ਬਿਰਤੀ, ਕੁਕਰਮਾਂ ਵਾਲੀ ਬਿਰਤੀ, ਧਨ ਹੈ, ਬਾਹਰ ਦਾ ਤਾਣ ਹੈ, ਤਾਕਤ ਹੈ। ਉਸ ਧਨ ਦੇ ਤਾਣ ਤੇ ਮਾਣ ਕਰਕੇ, ਅਯਾਸ਼ੀ ਤੇ ਵਿਕਾਰੀ ਬਿਰਤੀ ਕਰਕੇ ਤਰ੍ਹਾਂ ਤਰ੍ਹਾਂ ਦੀਆਂ ਉਹ ਸਮਾਜ ਅੰਦਰ ਬੁਰਾਈਆਂ ਤੇ ਬਦ ਫੈਲੀਆਂ ਕਰਦਾ ਹੈ। ਚਰਨ ਕਮਲ ਨਹਿ ਭਜੰਤ ਤ੍ਰਿਣ ਸਮਾਨ ਧ੍ਰਿਗ ਜਨਮਨੈ। ਪਰਮਾਤਮਾ ਵਾਹਿਗੁਰੂ ਦੇ ਕਮਲ ਵਰਗੇ ਚਰਨਾਂ ਨੂੰ ਹੰਕਾਰੀ ਬੰਦਾ ਕਦੇ ਨਹੀਂ ਜਪਦਾ ਹੈ, ਕਦੇ ਨਹੀਂ ਧਿਆਉਂਦਾ ਹੈ, ਕਿਉਂਕਿ ਉਹਨੇ ਤੇ ਰੱਬ ਦਾ ਬਿਲਕੁਲ ਚੇਤਾ ਹੀ ਭੁਲਾਇਆ ਹੋਇਆ ਹੈ। ਤੇ ਮਹਾਰਾਜ ਕਹਿੰਦੇ, ਭਾਵੇਂ ਬਾਹਰੀ ਤੌਰ ਤੇ ਉਹਦੇ ਕੋਲ ਧਨ ਹੋਵੇ, ਭਾਵੇਂ ਬਾਹਰੀ ਤੌਰ ਤੇ ਉਹਨੇ ਕੋਈ ਹੋਰ ਵੀ ਤਾਕਤ ਹਾਸਲ ਕੀਤੀ ਹੋਵੇ, ਪਰ ਯਾਦ ਰੱਖਿਓ ਤ੍ਰਿਣ ਸਮਾਨ, ਉਹ ਬੰਦਾ ਕੱਖਾਂ ਬਰਾਬਰ ਹੈ। ਧ੍ਰਿਗ ਜਨਮਨੈ, ਉਹਦਾ ਜਿਹੜਾ ਜਨਮ ਹੈ ਧ੍ਰਿਗ ਹੈ, ਫਿਟਕਾਰ ਯੋਗ ਹੈ। ਧ੍ਰਿਗ ਬਾਰੇ ਪਹਿਲਾਂ ਵੀ ਆਪਾਂ ਵਿਚਾਰਿਆ ਸੀ, ਹਜ਼ਾਰਾਂ ਵਾਰ ਕਿਸੇ ਨੂੰ ਫਿਟਕਾਰ ਪਾਉਣੀ ਹੋਵੇ, ਇੱਕ ਸ਼ਬਦ ਧ੍ਰਿਗ। ਉਹਦੇ ਜੀਵਨ ਨੂੰ ਹਜ਼ਾਰਾਂ ਫਿਟਕਾਰਾਂ, ਜਿਹੜਾ ਬੰਦਾ ਸਮਾਜ 'ਚ ਵੱਧ ਫੈਲੀਆਂ ਫੈਲਾਉਂਦਾ ਪਿਆ ਹੈ, ਜਿਹਦੀ ਬਿਰਤੀ ਅਯਾਸ਼ੀ ਵਾਲੀ ਬਿਰਤੀ ਹੈ। ਅੱਗੇ ਗੁਰੂ ਕਹਿੰਦੇ, ਹੇ ਪਪੀਲ ਕਾ ਗ੍ਰਸਟੇ ਗੋਬਿੰਦ ਸਿਮਰਨ ਤੁੰਗ ਧਨੇ। ਹੇ ਪਪੀਲ ਕਾ ਗ੍ਰਸਟੇ, ਪਪੀਲ ਕਾ ਦਾ ਭਾਵ ਹੈ ਕੀੜੀ, ਤੇ ਗ੍ਰਸਟੇ ਦਾ ਭਾਵ ਹੈ ਵੱਡਾ। ਮਹਾਰਾਜ ਕਹਿੰਦੇ, ਭਾਵੇਂ ਉਹ ਬਾਹਰੀ ਤੌਰ ਤੇ ਕੀੜੀ ਦੀ ਤਰ੍ਹਾਂ, ਭਾਵ ਬਿਲਕੁਲ ਨਿਮਾਣਾ ਜਿਹਾ ਜੀਵ ਹੋਵੇ, ਪਰ ਅਸਲ ਦੇ ਵਿੱਚ ਉਹ ਬਹੁਤ ਵੱਡਾ ਜੇ, ਬਹੁਤ ਉੱਚਾ ਜੇ, ਉਹ ਬੜਾ ਵਜ਼ਨਦਾਰ, ਉਹ ਬੜਾ ਮਹਾਨ ਹੈ। ਕੌਣ? ਜਿਹਦੇ ਕੋਲ ਗੋਬਿੰਦ ਸਿਮਰਨ ਤੁੰਗ ਧਨੇ, ਜਿਹਦੇ ਕੋਲ ਪਰਮਾਤਮਾ ਦਾ ਸਿਮਰਨ ਰੂਪੀ ਧਨ ਮੌਜੂਦ ਹੈ। ਜਿਵੇਂ ਹਜੂਰ ਬਾਣੀ 'ਚ ਕਹਿੰਦੇ, ਵੱਡਾ ਕੌਣ ਹੈ? ਜਿਸ ਨਾਮ ਹਿਰਦੈ ਸੋਈ ਬੜ ਰਾਜਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਚਨ ਹੈ, ਬਸਤਾ ਟੁੱਟੀ ਝੌਂਪਰੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਏਠ ਧਨ ਰੂਪਹੀਣ ਕਿਛ ਸਾਕ ਨਾ ਛਿੰਨਾ। ਬਾਹਰੀ ਤੌਰ ਤੇ ਭਾਵੇਂ ਬੰਦਾ ਗਰੀਬ ਹੋਏ, ਜੰਗਲ ਬੀਆਬਾਨ 'ਚ ਭਟਕਦਾ ਹੋਵੇ, ਰਹਿਣ ਵਾਲੀ ਝੁੱਗੀ ਵੀ ਟੁੱਟੀ ਪਈ ਹੋਵੇ, ਪਹਿਨਣ ਵਾਲੇ ਕੱਪੜੇ ਵੀ ਪਾਟੇ ਹੋਣ, ਕੋਈ ਉਹਦਾ ਮਿੱਤਰ ਸੰਬੰਧੀ ਵੀ ਭਾਵੇਂ ਬਣਨ ਦੇ ਲਈ ਰਾਜੀ ਨਾ ਹੋਵੇ, ਪਰ ਜੇ ਉਹਦੇ ਪੱਲੇ ਵਾਹਿਗੁਰੂ ਦੀ ਬੰਦਗੀ ਹੈ, ਫਿਰ ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਫਿਰ ਉਹ ਸਮਝੋ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਉਹ ਆਪ ਤੇ ਤਰਦਾ ਹੀ ਤਰਦਾ ਹੈ, ਜਿਹੜਾ ਕੋਈ ਉਹਦੀ ਸ਼ਰਨ ਸੰਗਤ 'ਚ ਜੁੜਦਾ ਉਹ ਉਹਦਾ ਵੀ ਉਧਾਰ ਕਰ ਦਿੰਦਾ। ਇਸ ਕਰਕੇ ਮਤ ਜਿਹਦੇ ਕੋਲ ਧਨ ਨਹੀਂ ਹੈ, ਪਰ ਵਾਹਿਗੁਰੂ ਦੀ ਬੰਦਗੀ ਦਾ ਧਨ ਹੈ, ਉਹਨੂੰ ਗੁਰੂ ਕਹਿੰਦੇ ਨੀਵਾਂ ਨਾ ਕਵੋ, ਅਸਲ 'ਚੋਂ ਸਭ ਤੋਂ ਉੱਤੇ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਹੇ ਪਪੀਲ ਕਾ ਗ੍ਰਸਟੇ ਗੋਬਿੰਦ ਸਿਮਰਨ ਤੁੰਗ ਧਨੇ, ਨਾਨਕ ਅਨਕ ਬਾਰ ਨਮੋ ਨਮੈ। ਗੁਰੂ ਕਹਿੰਦੇ ਇੱਦਾਂ ਦੇ ਬੰਦਗੀ 'ਚ ਜੁੜੇ ਹੋਏ ਨੂੰ ਸਾਡੀ ਵਾਰ ਵਾਰ ਨਮਸਕਾਰ ਹੈ, ਉਹਦੇ ਚਰਨਾਂ 'ਚ ਵਾਰ ਸਾਡਾ ਸਿਜਦਾ ਹੈ, ਜਿਹੜਾ ਪਰਮਾਤਮਾ ਦੀ ਬੰਦਗੀ, ਇਬਾਦਤ ਔਰ ਸਿਮਰਨ ਦੇ ਵਿੱਚ ਜੁੜਿਆ ਹੈ।
ਤੇ ਦੂਜੇ ਪਾਸੇ ਜਿਹੜਾ ਸਿਮਰਨ ਬੰਦਗੀ ਇਬਾਦਤ ਤੋਂ ਟੁੱਟਾ ਤੇ ਕੇਵਲ ਧਨ ਦਾ ਅਭਿਮਾਨ ਲੈ ਕੇ ਸੰਸਾਰ 'ਚ ਵਿਚਰਦਾ ਹੈ, ਉਹਦਾ ਜੀਵਨ ਫਿਟਕਾਰਯੋਗ, ਲਾਹਣਤਾਯੋਗ। ਹੁਣ ਦੋਵੇਂ ਪੱਖ ਗੁਰੂ ਨੇ ਸਾਡੇ ਸਾਹਮਣੇ ਰੱਖ ਦਿੱਤੇ ਨੇ। ਅਸੀਂ ਕੀ ਬਣਨਾ ਹੈ? ਅਸੀਂ ਗੁਰੂ ਦੀ ਨਜ਼ਰ ਦੇ ਵਿੱਚ ਉੱਚੇ ਬਣਨਾ ਹੈ, ਰਾਜੇ ਬਣਨਾ ਹੈ, ਕਿ ਅਸੀਂ ਗੁਰੂ ਦੀ ਨਜ਼ਰ ਦੇ ਵਿੱਚ ਉਹ ਤ੍ਰਿਣ ਸਮਾਨ ਆਪਣੀ ਔਕਾਤ ਰੱਖਣੀ? ਇਹ ਹੁਣ ਸਾਡੇ 'ਤੇ ਆ। ਗੁਰੂ ਨੇ ਉਪਦੇਸ਼ ਦਿੱਤਾ, ਸਤਿਗੁਰੂ ਮਿਹਰ ਕਰਨ ਗੁਰੂ ਕੇ ਉੱਤਮ ਉਪਦੇਸ਼ ਜੀਵਨ 'ਚ ਧਾਰਨ ਕਰਕੇ ਉੱਤਮ ਜੀਵਨ ਵਾਲੇ ਬਣੀਏ। ਗੁਰੂ ਦੀਆਂ ਖੁਸ਼ੀਆਂ ਮਿਲਣ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਸ ਬਾਣੀ ਦੇ 4 ਸ਼ਲੋਕ ਹੋਰ ਹਨ ਜਿਨ੍ਹਾਂ ਦੀ ਆਪਾਂ ਕੱਲ੍ਹ ਨੂੰ ਵਿਚਾਰ ਦੀ ਸਾਂਝ ਪਾਵਾਂਗੇ। ਤੇ ਇਸੇ ਹੀ ਸਹਿਸਕ੍ਰਿਤੀ ਬਾਣੀ ਦਾ ਹੀ ਅਗਲੇਰਾ ਪਾਠ ਹੈ, ਗਾਥਾ ਮਹੱਲਾ 5ਵਾਂ, ਉਹ ਵੀ ਸਹਿਸਕ੍ਰਿਤੀ ਸ਼ਲੋਕ ਹੀ ਹਨ। ਉਹਦੀ ਫਿਰ ਆਪਾਂ ਅੱਗੇ ਵਿਚਾਰ ਕਰਾਂਗੇ। ਸਤਿਗੁਰੂ ਮਿਹਰ ਕਰਨ ਆਪਾਂ ਇਸੇ ਤਰ੍ਹਾਂ ਗੁਰੂ ਚਰਨਾਂ 'ਚ ਜੁੜ ਗੁਰੂ ਦੀਆਂ ਵਡਿਆਈਆਂ ਕਰਦੇ ਹੋਏ ਇਸ ਜੀਵਨ ਨੂੰ, ਇਸ ਸਮੇਂ ਨੂੰ ਸਫਲ ਬਣਾਈਏ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ